ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਮ ਦੇਖਤ ਸਕਟਨ ਟਿਗ ਆਏ। ਜਦੋਂ ਦੇਖਿਆ ਵੀ ਧੜ ਚੋਰੀ ਹੋ ਗਿਆ, ਦੇਖ ਕੇ ਗੱਡਿਆਂ ਦੇ ਨੇੜੇ ਪਹੁੰਚ ਗਏ ਹਨ ਜੀ। ਗਿਨੇ ਏਕ ਕਮਤੀ ਹੋਏ ਜਾਏ। ਜਦੋਂ ਗਿਣਦੇ ਨੇ ਸਾਧ ਸੰਗਤ ਜੀ, ਇੱਕ ਗੱਡਾ ਘਟ ਜਾਂਦਾ ਹੈ। ਕੋਈ ਪਹਿਰੇਦਾਰ ਪਿੱਛੋਂ ਗਿਣਨ ਲੱਗਦਾ, ਕੋਈ ਅੱਗਿਓਂ। ਜਦੋਂ ਆ ਕੇ ਗਿਣਤੀ ਮੁਕਾਉਂਦੇ ਨੇ ਨਾ, ਹਰ ਵਾਰੀ ਇੱਕ ਗੱਡਾ ਪਹਿਲਾਂ ਦੇ ਨਾਲੋਂ ਘੱਟ ਹੋ ਜਾਂਦਾ ਹੈ। ਗੜ ਬਾਵਨ ਕੋ ਤਰਜਦ ਕਹੈ। ਹੁਣ ਜਦੋਂ ਇਹ ਗਿਣਤੀ ਘੱਟ ਹੋਣ ਲੱਗੀ, ਘੂਰਨ ਲੱਗ ਪਏ ਸਾਧ ਸੰਗਤ। ਗੱਡਿਆਂ ਦੇ ਚਾਲਿਆਂ ਨੂੰ, ਵਣਜਾਰੇ ਗੁਰਸਿੱਖਾਂ ਨੂੰ ਘੂਰਨ ਲੱਗ ਪਏ ਹਨ। ਤੁਮ ਮੈਂ ਏਕ ਸਕਟ ਨਹਿ ਲਹੈ। ਕਹਿੰਦੇ ਵੀ ਤੁਸੀਂ ਇੱਕ ਗੱਡਾ ਘੱਟ ਕਰ ਦਿੱਤਾ ਹੈ। ਅਸੀਂ ਗਿਣਦੇ ਹਾਂ, ਗਿਣਤੀ ਘੱਟ ਹੋ ਰਹੀ ਹੈ। ਕਿਸੇ ਵੀ ਪਾਸਿਓਂ ਗਿਣਤੀ ਸਹੀ ਨਹੀਂ ਆ ਰਹੀ। ਇਹ ਤੁਹਾਡੀ ਕਾਰਸਤਾਨੀ ਹੈ, ਤੁਸੀਂ ਗੱਡਾ ਘੱਟ ਕੀਤਾ ਹੈ। ਕਰਿਓ ਨਿਕਾਸਨ ਕਹਾਂ ਦੁਰਾਇਓ। ਕਹਿੰਦੇ ਵੀ ਸਾਨੂੰ ਸੱਚੋ ਸੱਚ ਗੱਲ ਦੱਸ ਦਿਓ ਵੀ ਮਹਾਰਾਜ ਦੇ ਧੜ ਨੂੰ ਰੱਖ ਕੇ ਉਹ ਜਿਹੜਾ ਗੱਡਾ ਘੱਟ ਹੈ ਵੀ ਕਿੱਧਰ ਨੂੰ ਦੜਾ ਦਿੱਤਾ ਹੈ। ਤਿਸ ਮੈਂ ਗੁਰ ਕੋ ਤਰ ਤੁਮ ਪਾਇਓ। ਕਹਿਣ ਲੱਗੇ ਸਾਨੂੰ ਪਤਾ ਹੈ ਵੀ ਤੁਸੀਂ ਜਿਹੜਾ ਗੱਡਾ ਇੱਧਰ ਉੱਧਰ ਕਰ ਦਿੱਤਾ ਨਾ, ਉਹਦੇ ਵਿੱਚ ਹੀ ਮਹਾਰਾਜ ਦਾ ਧੜ ਹੈ। ਉਹਦੇ ਵਿੱਚ ਪਾ ਕੇ ਤੁਸੀਂ ਗੱਡਾ ਇੱਧਰ ਉੱਧਰ ਕਰ ਦਿੱਤਾ ਹੈ। ਦੇਹੋ ਬਤਾਏ ਨਦ ਕੈਦ ਕਰਾਂਗੇ। ਕਹਿੰਦੇ ਵੀ ਨਹੀਂ ਤਾਂ ਸੱਚ ਦੱਸ ਦਿਓ, ਜੇ ਨਾ ਦੱਸਿਆ ਫਿਰ ਤੁਹਾਨੂੰ ਅਸੀਂ ਕੈਦ ਕਰ ਲਵਾਂਗੇ। ਮਾਰ ਮਾਰ ਤੁਮ ਪ੍ਰਾਨ ਹਰਾਂਗੇ। ਫਿਰ ਕਹਿੰਦੇ ਤੁਹਾਨੂੰ ਕੈਦ ਕਰਕੇ ਇੰਨਾ ਮਾਰਾਂਗੇ ਕਿ ਤੁਹਾਡੇ ਪ੍ਰਾਣ ਹੀ ਚਲੇ ਜਾਣਗੇ। ਇਸ ਤਰ੍ਹਾਂ ਤੁਹਾਨੂੰ ਕੁੱਟ ਮਾਰ ਕੇ ਪ੍ਰਾਣ ਕੱਢ ਲਿਆਂਗੇ। ਗਾਡੀ ਬਾਵਨ ਸ਼ਰਦਾ ਤਾਰੀ। ਜਦੋਂ ਗੱਡਿਆਂ ਵਾਲਿਆਂ ਨੇ, ਭਾਈ ਲੱਖੀ ਸ਼ਾਹ ਵਣਜਾਰੇ ਨੇ, ਹੋਰ ਵਣਜਾਰੇ ਗੁਰਸਿੱਖਾਂ ਨੇ ਦੇਖਿਆ ਵੀ ਇਹਨਾਂ ਤੋਂ ਗਿਣਤੀ ਵੀ ਨਹੀਂ ਪੂਰੀ ਹੋ ਰਹੀ, ਤਾਂ ਮਨ ਵਿੱਚ ਸ਼ਰਧਾ ਪੈਦਾ ਹੋ ਗਈ ਇਹਨਾਂ ਦੇ। ਗਿਨੇ ਨਾ ਜਾਏ ਇਨੋ ਮਤ ਮਾਰੀ। ਇਹ ਜਾਣਿਆ ਕਿ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਇਹਨਾਂ ਦੀ ਮੱਤ ਤੇ ਪਰਦਾ ਪਾ ਦਿੱਤਾ ਹੈ ਕਿ ਇਹਨਾਂ ਤੋਂ ਗੱਡੇ ਸਹੀ ਨਹੀਂ ਗਿਣੇ ਜਾ ਰਹੇ। ਬਈ ਅਸੀਂ ਤਾਂ ਕੋਈ ਗੱਡਾ ਇੱਧਰ ਉੱਧਰ ਭੇਜਿਆ ਨਹੀਂ, ਸਾਰੇ ਗੱਡੇ ਇੱਥੇ ਹੀ ਨੇ। ਜਿਹਦੇ ਵਿੱਚ ਮਹਾਰਾਜ ਦਾ ਧੜ ਹੈ ਉਹ ਵੀ ਇਹਨਾਂ ਦੇ ਵਿੱਚ ਹੀ ਮੌਜੂਦ ਹੈ। ਪਰ ਮਹਾਰਾਜ ਨੇ ਐਸਾ ਇਹਨਾਂ ਦੀ ਮੱਤ ਤੇ ਪਰਦਾ ਪਾਇਆ ਹੈ ਕਿ ਇਹਨਾਂ ਤੋਂ ਗੱਡਿਆਂ ਦੀ ਗਿਣਤੀ ਵੀ ਸਹੀ ਨਹੀਂ ਹੋ ਰਹੀ। ਨਿਰਭੈ ਹੋਏ ਕਰ ਬਾਕ ਬਖਾਨੈ। ਜਦੋਂ ਜਾਣ ਲਿਆ ਵੀ ਮਹਾਰਾਜ ਨੇ ਐਸੇ ਕਾਰਜ ਕੀਤੇ ਨੇ, ਫਿਰ ਨਿਰਭੈ ਹੋ ਕੇ ਇਹ ਕਹਿਣ ਲੱਗੇ ਹਨ, ਬਿਨਾ ਦੋਸ਼ ਕਿਸ ਪ੍ਰਾਨਨ ਹਾਨੈ। ਕਹਿਣ ਲੱਗੇ ਕਿ ਬਿਨਾਂ ਹੀ ਦੋਸ਼ ਤੋਂ ਤੁਸੀਂ ਸਾਡੇ ਪ੍ਰਾਣ ਕਿਵੇਂ ਕੱਢ ਲਵੋਗੇ। ਜੇ ਸਾਡਾ ਕੋਈ ਕਸੂਰ ਹੋਵੇ ਫਿਰ ਤੁਹਾਡਾ ਕਹਿਣਾ ਬਣਦਾ ਹੈ। ਜੇ ਸਾਡਾ ਕੋਈ ਕਸੂਰ ਹੀ ਨਹੀਂ, ਫਿਰ ਤੁਸੀਂ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਕਿਉਂ ਦੇ ਰਹੇ ਹੋ। ਹਜ਼ਰਤ ਕੇ ਘਰ ਨਿਆਉ ਕੈ ਨਾਹੀ। ਕਹਿਣ ਲੱਗੇ ਕਿ ਤੁਹਾਡੇ ਬਾਦਸ਼ਾਹ ਦੇ ਘਰ ਵਿੱਚ ਕੋਈ ਨਿਆਂ ਹੈ ਕਿ ਨਹੀਂ ਹੈ। ਤੁਸੀਂ ਬਿਨਾਂ ਹੀ ਮਤਲਬ ਤੋਂ ਆਮ ਜਨਤਾ ਨੂੰ ਡਰਾ ਕੇ, ਧਮਕਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹੋ। ਇਹ ਬਾਦਸ਼ਾਹ ਦੀ ਬਾਦਸ਼ਾਹੀ ਕੈਸੀ ਹੈ ਕਿ ਜਿਹਦੇ ਘਰ ਦੇ ਵਿੱਚ, ਜਿਹਦੇ ਰਾਜ ਦੇ ਵਿੱਚ ਨਿਆਂ ਹੈ ਹੀ ਨਹੀਂ। ਸਾਧ ਸੰਗਤ ਜੀ, ਐਸੇ ਬਚਨ ਭਾਈ ਲੱਖੀ ਸ਼ਾਹ ਵਣਜਾਰੇ ਔਰ ਹੋਰ ਵਣਜਾਰੇ ਗੁਰਸਿੱਖਾਂ ਨੇ ਆਖੇ ਕਿ ਤੁਸੀਂ ਸਾਨੂੰ ਇਹ ਬਿਨਾਂ ਕਾਰਨ ਤੋਂ ਹੀ ਝਿੜਕ ਰਹੇ ਹੋ, ਨਾਲੇ ਆਪ ਗਿਣਤੀ ਕਰ ਰਹੇ ਹੋ ਔਰ ਨਾਲੇ ਸਾਨੂੰ ਤੁਸੀਂ ਚੋਰ ਸਮਝ ਰਹੇ ਹੋ। ਇਸ ਕਰਕੇ ਸਾਨੂੰ ਨਹੀਂ ਲੱਗਦਾ ਕਿ ਤੁਹਾਡੇ ਬਾਦਸ਼ਾਹ ਦੇ ਘਰ ਵਿੱਚ ਨਿਆਂ ਹੋਵੇਗਾ। ਕੈਸੇ ਕਰੇ ਕੈਦ ਕੈ ਮਾਹੀ। ਤੁਸੀਂ ਸਾਨੂੰ ਬਿਨਾਂ ਹੀ ਕਾਰਨ ਤੋਂ ਕਿਵੇਂ ਕੈਦ ਕਰ ਸਕਦੇ ਹੋ। ਨਿਕਟ ਥਿਰੇ ਹਮ ਗਏ ਨਾ ਕਉ। ਹੁਣ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਲਿਆ ਕਿ ਅਸੀਂ ਕਿਤੇ ਗਏ ਤਾਂ ਹੈ ਨਹੀਂ। ਅਸੀਂ ਉਹ ਪਰਲੇ ਪਾਸੇ ਤੋਂ ਗੱਡੇ ਲੈ ਕੇ ਆਏ ਹਾਂ ਔਰ ਆਪਣੇ ਬਲਦਾਂ ਨੂੰ ਹੱਕ ਰਹੇ ਹਾਂ ਔਰ ਇੱਥੇ ਹੀ ਖੜ੍ਹੇ ਹਾਂ, ਸਾਡੇ ਵਿੱਚੋਂ ਕੋਈ ਬਾਹਰ ਨਹੀਂ ਗਿਆ ਹੈ। ਤੁਸੀਂ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਹੁਣ ਅਸੀਂ ਆਪਣੇ ਗੱਡਿਆਂ ਨੂੰ ਛੱਡ ਕੇ ਕਿੱਥੇ ਜਾ ਸਕਦੇ ਹਾਂ। ਤੁਸੀਂ ਦੇਖ ਰਹੇ ਹੋ ਅਸੀਂ ਇੱਥੇ ਹੀ ਖੜ੍ਹੇ ਹਾਂ। ਦੇਖ ਖੋਜ ਲਿਓ ਪਾਵੇਂ ਜੋ ਹੂੰ। ਵੀ ਜੇ ਤੁਹਾਨੂੰ ਬਾਹਲਾ ਸ਼ੱਕ ਹੈ, ਸ਼ੰਕਾ ਹੈ, ਤਾਂ ਤੁਸੀਂ ਆਪਣੇ ਆਪ ਭਾਲ ਕਰ ਸਕਦੇ ਹੋ। ਹੁਣ ਸਾਡੇ ਤੋਂ ਪੁੱਛਣ ਦਾ ਤਾਂ ਕੋਈ ਤੁਹਾਡਾ ਇਹ ਮਤਲਬ ਨਹੀਂ ਨਾ ਬਣਦਾ ਹੈ ਬਿਨਾਂ ਹੀ ਕਾਰਨ ਤੋਂ ਚੋਰ ਕਹਿ ਦੇਣਾ। ਜੇ ਤੁਹਾਨੂੰ ਇੰਨਾ ਹੀ ਸਾਡੇ ਉੱਤੇ ਭਰੋਸਾ ਨਹੀਂ ਹੈ ਤਾਂ ਤੁਸੀਂ ਆਪਣੇ ਆਪ ਇਹ ਤਲਾਸ਼ੀ ਕਰ ਸਕਦੇ ਹੋ। ਗਿਨੇ ਸਕਟ ਸੋ ਗਿਨੇ ਨਾ ਜਾਹੀ। ਫਿਰ ਜਦੋਂ ਸਾਧ ਸੰਗਤ ਫੇਰ ਦੁਬਾਰਾ ਗਿਣਨ ਲੱਗੇ ਨਾ,
ਫੇਰ ਵੀ ਇਹਨਾਂ ਤੋਂ ਗਿਣਤੀ ਸਹੀ ਨਹੀਂ ਹੋ ਰਹੀ। ਭਿਖ ਕਰ ਲਖਿਓ ਸਾਚ ਇਉ ਪ੍ਰਾਹੀ। ਜਦੋਂ ਇਉਂ ਸਾਧ ਸੰਗਤ ਗੱਲ ਦੀ ਘੁੰਮਣ ਘੇਰੀ ਜੀ ਬਣ ਗਈ ਨਾ, ਕੋਈ ਸਿੱਟਾ ਨਾ ਨਿਕਲਿਆ, ਤਾਂ ਇਹਨਾਂ ਪਹਿਰੇਦਾਰਾਂ ਨੇ ਵੀ ਸਮਝਿਆ ਕਿ ਇਹ ਵਣਜਾਰੇ ਸੱਚ ਹੀ ਬੋਲਦੇ ਨੇ ਕਿ ਅਸੀਂ ਮਹਾਰਾਜ ਦਾ ਧੜ ਨਹੀਂ ਚੁੱਕਿਆ ਹੈ। ਇਸ ਤਰ੍ਹਾਂ ਇਸ ਗੱਲ ਨੂੰ ਸੱਚ ਜਾਣ ਕੇ ਇਹਨਾਂ ਨੂੰ ਤੋਰ ਦਿੱਤਾ ਹੈ। ਔਰ ਮੈਂ ਗਰੀ ਗਰੀ ਫਿਰ ਹੇਰੀ। ਔਰ ਫਿਰ ਸਾਧ ਸੰਗਤ ਇਹਨਾਂ ਨੂੰ ਤਾਂ ਤੋਰ ਦਿੱਤਾ, ਪਰ ਦੂਸਰੇ ਪਾਸੇ ਗਲੀਆਂ ਬਾਜ਼ਾਰਾਂ ਦੇ ਵਿੱਚ ਮਹਾਰਾਜ ਦੇ ਧੜ ਨੂੰ ਲੱਭਦੇ ਫਿਰਦੇ ਹਨ। ਪਾਏ ਨਾ ਖੋਜ ਫਿਰੇ ਤਿਸ ਫਿਬੇਰੀ। ਔਰ ਫਿਰ ਸਾਧ ਸੰਗਤ ਲੱਭਣਾ ਕਿੱਥੋਂ ਸੀ, ਜਦੋਂ ਕਿਤੇ ਧੜ ਹੈ ਹੀ ਨਹੀਂ। ਧੜ ਤਾਂ ਭਾਈ ਲੱਖੀ ਸ਼ਾਹ ਵਣਜਾਰੇ ਦੇ ਗੱਡੇ ਦੇ ਵਿੱਚ ਹੈ, ਉਹਨਾਂ ਗੱਡਿਆਂ ਦੇ ਵਿੱਚੋਂ ਇੱਕ ਦੇ ਵਿੱਚ ਪਾਇਆ ਹੋਇਆ, ਪਰ ਇਹ ਜਿੱਥੇ ਭਾਲ ਕਰ ਰਹੇ ਸੀ ਉੱਥੇ ਹੈ ਨਹੀਂ ਸੀ। ਇਸ ਕਰਕੇ ਸਾਧ ਸੰਗਤ ਜੀ ਇਹਨਾਂ ਨੂੰ ਕਿਤੇ ਵੀ ਭਾਲਿਆ ਹੋਇਆ ਮਹਾਰਾਜ ਦਾ ਜਿਹੜਾ ਧੜ ਹੈ ਉਹ ਪ੍ਰਾਪਤ ਨਹੀਂ ਹੋ ਰਿਹਾ। ਗੜਵਾਵਨ ਸਭ ਸੰਗ ਬਖਾਨੇ। ਔਰ ਫਿਰ ਸਾਧ ਸੰਗਤ ਜੀ ਜਿਹੜੀ ਇਹਨਾਂ ਨੇ ਵਿਉਂਤ ਬਣਾਈ ਸੀ, ਵਣਜਾਰੇ ਗੁਰਸਿੱਖਾਂ ਨੇ ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਜੋਰ ਬਿਰਖਬ ਲੈ ਸਕਟ ਪਿਆਨੇ। ਔਰ ਫਿਰ ਜਿਹੜੇ ਸਾਧ ਸੰਗਤ ਜੀ ਇਹਨਾਂ ਕੋਲ ਸਕਟਨ ਕਹੀਏ ਗੱਡੇ ਸਨ, ਇਹਨਾਂ ਨੇ ਸਾਰੇ ਜੋੜ ਕੇ ਇੱਕ ਪਾਸੇ ਨੂੰ ਸਿੱਧੇ ਕਰ ਲਏ ਹਨ। ਸਨੇ ਸਨੇ ਚਲ ਕੇ ਤਹ ਆਏ। ਔਰ ਫਿਰ ਸਾਧ ਸੰਗਤ ਕੁਝ ਕੁ ਵਣਜਾਰੇ ਗੁਰਸਿੱਖ ਪਹਿਲਾਂ ਉੱਥੇ ਖੜੇ ਸੀ ਬਾਹਰਲੇ ਪਾਸੇ, ਔਰ ਇਹ ਜਿਹੜੇ ਮਹਾਰਾਜ ਦਾ ਧੜ ਲੈਣ ਵਾਸਤੇ ਆਏ ਸੀ, ਇਹਨਾਂ ਸਾਰੇ ਮਹਾਰਾਜ ਦੇ ਸਿੱਖਾਂ ਨੇ ਉਹ ਜਿਹੜੇ ਬਾਕੀ ਦੇ ਗੱਡੇ ਰਹਿੰਦੇ ਸਨ ਨਾ, ਉਹਨਾਂ ਨੂੰ ਲੈ ਕੇ ਸਨੇ ਸਨੇ ਹੌਲੀ ਹੌਲੀ ਉਸ ਵਗਦੀ ਹੋਈ ਹਨੇਰੀ ਦੇ ਵਿੱਚੋਂ ਚੱਲ ਪਏ ਹਨ। ਜਹ ਬਨ ਜਾਰੇ ਮਿਲ ਸਮਦਾਏ। ਜਿੱਥੇ ਹੋਰ ਵਣਜਾਰੇ ਗੁਰਸਿੱਖ ਇਹਨਾਂ ਦੀ ਉਡੀਕ ਕਰ ਰਹੇ ਸੀ ਵੀ ਇਧਰੋਂ ਆਉਣਗੇ, ਫਿਰ ਉੱਥੇ ਜਦੋਂ ਪਹੁੰਚੇ ਹਨ ਉਹਨਾਂ ਨੂੰ ਮਿਲ ਗਏ ਹਨ। ਭਏ ਸਹਾਇਕ ਸਤਿਗੁਰ ਆਪੇ। ਔਰ ਫਿਰ ਗੁਰੂ ਸਾਹਿਬ ਜੀ ਮਹਾਰਾਜ ਦੀ ਉਸਤਤ ਕਰਦੇ ਹੋਏ, ਗੁਰੂ ਸਾਹਿਬ ਜੀ ਮਹਾਰਾਜ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਮਹਾਰਾਜ ਦੀ ਕਿਰਪਾ ਨੂੰ ਦੱਸਦੇ ਨੇ। ਕਹਿੰਦੇ ਹਨ ਕਿ ਅੱਜ ਤਾਂ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪ ਹੀ ਆਪਣੇ ਸੇਵਕਾਂ ਦੇ ਕਾਰਜ ਸਵਾਰੇ ਨੇ। ਬਸ ਭਰੋਸਾ ਮਨ ਦੇ ਵਿੱਚ ਹੋਣਾ ਚਾਹੀਦਾ ਹੈ, ਗੁਰੂ ਆਪਣੇ ਕਾਰਜ ਆਪ ਹੀ ਕਰ ਲੈਂਦਾ। ਇੱਕ ਦੂਜੇ ਨੂੰ ਪਰਸਪਰ ਹੋ ਕੇ ਐਸੇ ਬਚਨ ਕਰਦੇ ਹਨ ਕਿ ਆਪਣੇ ਗੁਰੂ ਸਮਰੱਥ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਸਾਰੇ ਕਾਰਜ ਆਪ ਹੀ ਸਵਾਰ ਲਏ ਹਨ ਇੱਥੋਂ ਤੱਕ ਪਹੁੰਚਣ ਦੇ। ਕਿਸੀ ਦੁਸ਼ਟ ਕੋ ਨਾਹਨ ਜਾਪੇ। ਔਰ ਫਿਰ ਆ ਜਿਹੜੇ ਦੁਸ਼ਟ ਪਾਪੀ ਨੇ, ਇਹ ਜਿਹੜੇ ਮੁਗਲ ਬਾਦਸ਼ਾਹ ਭਾਵੇਂ ਹੋਵੇ ਚਾਹੇ ਇਹਨਾਂ ਦੇ ਮੁਗਲ ਸਿਪਾਹੀ ਹੋਣ, ਇਹਨਾਂ ਦੁਸ਼ਟਾਂ ਦੇ ਵਿੱਚੋਂ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਿਆ ਕਿ ਧੜ ਕਿਸ ਗੱਡੇ ਦੇ ਵਿੱਚ ਹੈ। ਪਰਸਪਰ ਗੱਲਬਾਤ ਕਰਕੇ ਕਹਿੰਦੇ ਨੇ ਕਿ ਦੁਸ਼ਟਾਂ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ। ਮਹਾਰਾਜ ਨੇ ਇਹਨਾਂ ਦੀ ਮੱਤ ਉੱਤੇ ਐਸਾ ਪਰਦਾ ਪਾਇਆ, ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਗਿਣਤੀ ਵੀ ਸਹੀ ਨਹੀਂ ਹੋਈ ਗੱਡਿਆਂ ਦੀ। ਤੁਮ ਸਮੀਪ ਲਗ ਹਮਲੇ ਆਏ। ਔਰ ਇਸ ਤਰ੍ਹਾਂ ਬਿਉਂਤ ਬਣਾ ਕੇ ਜਿਹੜੇ ਵਣਜਾਰੇ ਗੁਰਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਤੇ ਹੋਰ ਨਾਲ ਸਨ, ਉਹ ਦੂਜੇ ਵਣਜਾਰਿਆਂ ਨੂੰ ਕਹਿੰਦੇ ਹਨ ਕਿ ਇਸ ਤਰ੍ਹਾਂ ਬਿਉਂਤ ਬਣਾ ਕੇ ਨਾ ਅਸੀਂ ਮਹਾਰਾਜ ਦਾ ਧੜ ਗੱਡੇ ਦੇ ਵਿੱਚ ਪਾ ਕੇ ਲੈ ਆਏ ਹਾਂ। ਛਾਪ ਕਰ ਦਿਓ ਦਾਗ ਕਿਸ ਥਾਏ। ਹੁਣ ਅਗਲੀ ਬਿਉਂਤ ਬਣਾਉਣ ਲੱਗੇ ਕਿ ਧੜ ਤਾਂ ਲੈ ਆਂਦਾ ਹੈ, ਗੁਰੂ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਜਿਹੜਾ ਧੜ ਹੈ ਵੀ ਇਹਦਾ ਸੰਸਕਾਰ ਵੀ ਕਰਨਾ ਹੈ। ਸੰਸਕਾਰ ਕਰਨ ਵਾਸਤੇ ਸਾਧ ਸੰਗਤ ਜੀ ਬਿਉਂਤ ਬਣਾ ਰਹੇ ਨੇ। ਬਿਲਮ ਕਰਨ ਕੀ ਬਾਤ ਨਾ ਆਛੇ। ਹੁਣ ਸਿਆਣੇ ਸਿਆਣੇ ਗੁਰਸਿੱਖਾਂ ਨੇ ਸਲਾਹ ਕੀਤੀ ਕਿ ਆਪਾਂ ਨੂੰ ਇਸ ਗੱਲ ਕਰਨ ਦੇ ਵਾਸਤੇ, ਸੰਸਕਾਰ ਕਰਨ ਵਾਸਤੇ ਨਾ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜਾ ਬਾਦਸ਼ਾਹ ਬੜਾ ਜ਼ਾਲਮ ਹੈ। ਜੇ ਕਿਤੇ ਉਹਨੂੰ ਪਤਾ ਲੱਗ ਗਿਆ ਜਾਂ ਕਿਸੇ ਸੂਹੀਏ ਨੇ ਖਬਰ ਦੇ ਦਿੱਤੀ ਕਿ ਇਸ ਤਰ੍ਹਾਂ ਇੱਧਰ ਗੱਲਬਾਤ ਹੋ ਰਹੀ ਹੈ, ਵੀ ਇਸ ਗੱਲ ਦੇ ਵਿੱਚ ਬਿਲਕੁਲ ਦੇਰੀ ਨਹੀਂ ਕਰਨੀ ਬਣਦੀ ਹੈ। ਤੁਰਕ ਅਚੰਪੇ ਖੋਜਤ ਪਾਛੇ। ਔਰ ਫਿਰ ਇਹ ਤਾਂ ਪਹਿਲਾਂ ਹੀ ਲੱਭਦੇ ਫਿਰਦੇ ਨੇ, ਕਿਉਂਕਿ ਪਹਿਲਾਂ ਮਹਾਰਾਜ ਨੇ ਐਸੀ ਕਲਾ ਵਰਤਾਈ, ਭਾਈ ਜੈਤੇ ਦੀ ਝੋਲੀ ਦੇ ਵਿੱਚ ਮਹਾਰਾਜ ਨੇ ਸੀਸ ਆ ਕੇ ਪਾ ਦਿੱਤਾ। ਭਾਈ ਜੈਤਾ ਸੀਸ ਲੈ ਕੇ ਮਹਾਰਾਜ ਦਾ ਆ ਗਿਆ ਸੀ। ਇਹਨਾਂ ਵਾਸਤੇ ਤਾਂ ਇਹ ਵੀ ਅਲੋਪ ਹੀ ਹੋਇਆ ਸੀ, ਵੀ ਸੀਸ ਕਿਤੇ ਅਲੋਪ ਹੋ ਗਿਆ, ਪਤਾ ਨਹੀਂ ਸੀ ਲੱਗਿਆ। ਹੁਣ ਇਹਨਾਂ ਵਾਸਤੇ ਇਹ ਅਚੰਭੇ ਵਾਲੀ ਗੱਲ ਹੋਈ ਹੈ ਕਿ ਮਹਾਰਾਜ ਦਾ ਧੜ ਵੀ ਅਲੋਪ ਹੋ ਗਿਆ ਹੈ।
ਇਸ ਕਰਕੇ ਮਹਾਰਾਜ ਦੇ ਧੜ ਨੂੰ ਇਹ ਥਾਂ ਥਾਂ 'ਤੇ ਲੱਭਦੇ ਫਿਰਦੇ ਨੇ। ਭਾਈ ਲੱਖੀ ਸ਼ਾਹ ਵਣਜਾਰਾ ਅਤੇ ਹੋਰ ਇਹਨਾਂ ਨੇ ਵਣਜਾਰੇ ਗੁਰਸਿੱਖਾਂ ਨੇ ਸਲਾਹ ਬਣਾਈ ਕਿ ਆਪਾਂ ਬਿਲਕੁਲ ਦੇਰੀ ਨਾ ਕਰੀਏ, ਜਿਹੜਾ ਇਹ ਕਾਰਜ ਹੋ ਜਾਏ ਭਲੇ ਦੀ ਗੱਲ ਹੈ ਕਿ ਜਲਦੀ ਤੋਂ ਜਲਦੀ ਆਪਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਦੇ ਧੜ ਦਾ ਸੰਸਕਾਰ ਕਰ ਦੇਣਾ ਚਾਹੀਦਾ ਹੈ। ਬਨ ਜਾਰੇ ਤਤਬੀਰ ਵਿਚਾਰੀ। ਇਸ ਤਰ੍ਹਾਂ ਸਾਧ ਸੰਗਤ ਸਿਆਣੇ ਵਣਜਾਰੇ ਗੁਰਸਿੱਖਾਂ ਨੇ ਨਾ ਸਾਰੀ ਤਦਬੀਰ ਕਹੀਏ ਵੀ ਸਲਾਹ ਕਰ ਲਈ ਹੈ। ਹਿਮ ਕੀਜੇ ਜਿਮ ਹਵੇ ਨਾ ਚਨਾਰੀ। ਇਉਂ ਵਿਉਂਤ ਬਣਾਈ ਵੀ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਮਹਾਰਾਜ ਦੇ ਧੜ ਦਾ ਸੰਸਕਾਰ ਹੋ ਰਿਹਾ ਹੈ, ਔਰ ਮਹਾਰਾਜ ਦਾ ਧੜ ਦਾ ਸੰਸਕਾਰ ਵੀ ਚੰਗੇ ਤਰੀਕੇ ਨਾਲ ਹੋ ਜਾਏ। ਛਪਰਨ ਕੇ ਕਰ ਕਿਤਕ ਬਣਾਏ। ਹੁਣ ਵਣਜਾਰਿਆਂ ਦੇ ਘਰ ਕਿਹੋ ਜਿਹੇ ਹੁੰਦੇ ਨੇ ਸਾਧ ਸੰਗਤ, ਜਿਹੜੇ ਸਦਾ ਦੇ ਵਾਸਤੇ ਚੱਲਦੇ ਹੀ ਰਹਿੰਦੇ ਨੇ, ਇਹ ਪੱਕਾ ਟਿਕਾਣਾ ਨਹੀਂ ਨਾ ਬਣਾਇਆ ਕਰਦੇ। ਉੱਥੇ ਰਾਏਸੀਨਾ ਪਿੰਡ ਦੇ ਵਿੱਚ ਨਾ ਇਹ ਲੈ ਕੇ ਆ ਗਿਆ ਸੀ, ਕਿਉਂਕਿ ਉਸ ਜਗ੍ਹਾ ਦੇ ਉੱਤੇ ਅੱਜ ਵੀ ਸਾਧ ਸੰਗਤ ਗੁਰਦੁਆਰਾ ਰਕਾਬਗੰਜ ਸਾਹਿਬ ਮੌਜੂਦ ਹੈ, ਜਿੱਥੇ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ। ਜਿੱਥੇ ਮਹਾਰਾਜ ਦਾ ਸੀਸ ਉਤਰਿਆ ਸੀ, ਜਿੱਥੇ ਸ਼ਹੀਦੀ ਹੋਈ ਸੀ, ਉੱਥੇ ਸੀਸਗੰਜ ਸਾਹਿਬ ਮੌਜੂਦ ਹੈ ਦਿੱਲੀ। ਜਿੱਥੇ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਸੀ, ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਮੌਜੂਦ ਹੈ। ਉਸ ਰਕਾਬਗੰਜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਅੱਜ ਹੈ, ਉਸ ਜਗ੍ਹਾ 'ਤੇ ਇਹਨਾਂ ਦੀਆਂ ਛੱਪਰੀਆਂ ਬਣਾਈਆਂ ਹੋਈਆਂ ਸੀ ਉਹਨਾਂ ਟਾਈਮਾਂ ਦੇ ਵਿੱਚ, ਜਿੱਥੇ ਇਹ ਵਣਜਾਰੇ ਗੁਰਸਿੱਖ ਆਪਣਾ ਨਿਵਾਸ ਰੱਖਿਆ ਕਰਦੇ ਸੀ। ਕੱਖਾਂ ਕਾਨਿਆਂ ਦੀਆਂ ਇਹਨਾਂ ਨੇ ਛੱਪਰੀਆਂ ਬਣਾਈਆਂ ਹੋਈਆਂ ਸਨ। ਤਿੰਨ ਮੈਂ ਬਸਤ ਹੁਤੇ ਸਮੁਦਾਏ। ਸਮੁਦਾਏ ਕਹੀਏ ਪਰਿਵਾਰਾਂ ਦੇ ਪਰਿਵਾਰ। ਹੁਣ ਵਣਜਾਰੇ ਗੁਰਸਿੱਖਾਂ ਦੇ ਪਰਿਵਾਰ ਉਹਨਾਂ ਛੱਪਰੀਆਂ ਦੇ ਵਿੱਚ ਰਿਹਾ ਕਰਦੇ ਸਨ। ਵਸਤ ਸਕੇ ਨਿਕਾਰੀ ਸਾਰੀ। ਕਿਉਂਕਿ ਸਾਧ ਸੰਗਤ ਜੀ ਹੁਣ ਸਮਾਂ ਬੜਾ ਨਾਜ਼ੁਕ ਸੀ, ਮਹਾਰਾਜ ਦੇ ਧੜ ਨੂੰ ਲੈ ਕੇ ਆਏ ਸੀ, ਉੱਧਰੋਂ ਸਰਕਾਰ ਦੇ ਬੰਦੇ ਧੜ ਨੂੰ ਲੱਭਦੇ ਫਿਰ ਰਹੇ ਸੀ। ਇਸ ਨਾਜ਼ੁਕ ਸਮੇਂ ਨੂੰ ਜਾਣ ਕੇ ਨਾ ਇਹਨਾਂ ਨੇ ਜਲਦ ਤੋਂ ਜਲਦ ਜਿੰਨਾ ਛੇਤੀ ਹੋ ਸਕਿਆ ਆਪਣੀਆਂ ਛੱਪਰੀਆਂ ਵਿੱਚੋਂ ਜਿੰਨਾ ਕੁ ਵਿਚਾਰਿਆਂ ਕੋਲੇ ਥੋੜ੍ਹਾ ਬਹੁਤਾ ਸਮਾਨ ਸੀ ਨਾ, ਵਰਤਣ ਵਾਲਾ ਸਮਾਨ, ਇਹਨਾਂ ਸਾਰਿਆਂ ਨੇ ਬਾਹਰ ਕੱਢ ਲਿਆ ਹੈ। ਚਿਖਾ ਤਿਨੋਂ ਕੇ ਵਿੱਚ ਉਸਾਰੀ। ਔਰ ਫਿਰ ਉਹਨਾਂ ਵਿੱਚੋਂ ਇੱਕ ਛੱਪਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮਹਾਰਾਜ ਦੇ ਧੜ ਦਾ ਸੰਸਕਾਰ ਕਰਨ ਵਾਸਤੇ ਚਿਖਾ ਚਿਣ ਲਈ ਹੈ। ਨਰ ਗਨ ਮਿਲੇ ਕਾਜ ਤਤਕਾਲਾ। ਔਰ ਕਿਉਂਕਿ ਇਹ ਛੇਤੀ ਕਰਨ ਵਾਲਾ ਕੰਮ ਸੀ, ਬਹੁਤੇ ਵਣਜਾਰੇ ਗੁਰਸਿੱਖਾਂ ਨੇ ਕਾਫੀ ਜਾਣਿਆਂ ਨੇ ਮਿਲ ਕੇ ਨਾ ਛੇਤੀ ਛੇਤੀ ਸਮਾਨ ਕੱਢਿਆ, ਛੇਤੀ ਛੇਤੀ ਇਹਨਾਂ ਨੇ ਸਫਾਈ ਕੀਤੀ, ਔਰ ਛੇਤੀ ਹੀ ਲੱਕੜਾਂ ਇਕੱਠੀਆਂ ਕਰਕੇ ਨਾ ਇਹ ਸਾਰਾ ਕਾਰਜ ਕੀਤਾ ਹੈ। ਕਰਤ ਪਏ ਤਰ ਪਾਉ ਵਿਸਾਲਾ। ਪਰ ਮਨ ਵਿੱਚ ਸ਼ਰਧ ਹੈ ਸਾਧ ਸੰਗਤ ਜੀ, ਕਿਉਂਕਿ ਸਤਿਗੁਰੂ ਸਾਹਿਬ ਜੀ ਮਹਾਰਾਜ 'ਤੇ ਪੂਰਨ ਭਰੋਸਾ ਹੈ। ਮਨ ਵਿੱਚ ਪ੍ਰੇਮ ਲੈ ਕੇ ਮਹਾਰਾਜ ਨੇ, ਸਤਿਗੁਰੂ ਦਸਮ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਮਹਾਰਾਜ ਨੂੰ, ਉਹਨਾਂ ਨੇ ਫਿਰ ਪ੍ਰਾਪਤੀ ਵੀ ਕੀਤੀ ਸਾਧ ਸੰਗਤ ਜੀ। ਹੁਣ ਜਿਹੜਾ ਇਹਨਾਂ ਨੇ ਕਾਰਜ ਜਿਹੜਾ ਇਹ ਕਰ ਰਹੇ ਨੇ ਨਾ, ਮਨ ਵਿੱਚ ਪੂਰੀ ਸ਼ਰਧਾ, ਵੈਰਾਗ ਵੀ ਹੈ ਮਨ ਦੇ ਵਿੱਚ ਕਿ ਗੁਰੂ ਸਾਹਿਬ ਜੀ ਮਹਾਰਾਜ ਦਾ ਧੜ ਹੈ। ਜਦੋਂ ਸਾਧ ਸੰਗਤ ਆਪਣੇ ਪ੍ਰੇਮ ਤੋਂ ਵੀ ਪਿਆਰੇ ਗੁਰੂ ਦਾ ਸੰਸਕਾਰ ਕਰਨਾ ਪਵੇ ਨਾ, ਉਦੋਂ ਫਿਰ ਮਨ ਵਿੱਚ ਵੈਰਾਗ ਹੁੰਦਾ ਹੀ ਹੈ। ਇਸ ਕਰਕੇ ਮਨ ਦੇ ਵਿੱਚ ਬੜਾ ਵੈਰਾਗ ਲੈ ਕੇ ਔਰ ਨਾਲ ਹੀ ਬੜੀ ਸ਼ਰਧਾ ਲੈ ਕੇ ਇਹ ਕਾਰਜ ਕਰ ਰਹੇ ਨੇ। ਸਭ ਛਪਰਨ ਕੋ ਅਗਨ ਲਗਾਈ। ਹੁਣ ਇੱਕ ਦੇ ਵਿੱਚ ਤਾਂ ਮਹਾਰਾਜ ਦੀ ਸੀਸ ਧੜ ਦਾ ਸੰਸਕਾਰ ਕਰਨ ਵਾਸਤੇ ਚਿਖਾ ਚਿਣ ਕੇ ਮਹਾਰਾਜ ਦੇ ਧੜ ਨੂੰ ਚੰਗੀ ਤਰ੍ਹਾਂ ਸਾਧ ਸੰਗਤ ਜੀ ਚਿਖਾ ਦੇ ਵਿੱਚ ਚਿਣ ਕੇ ਘਿਓ ਵਗੈਰਾ ਪਾ ਕੇ ਇਹਨਾਂ ਨੇ ਤਿਆਰੀ ਕਰ ਦਿੱਤੀ। ਔਰ ਫਿਰ ਉਹ ਛੱਪਰੀ, ਕਿਉਂਕਿ ਜੋ ਛੱਪਰੀਆਂ ਦੇ ਵਿਚਾਲੇ ਸੀ ਉਸ ਦਾ ਨਾਂ ਪਤਾ ਲੱਗੇ ਕਿਸੇ ਨੂੰ, ਇਸ ਕਰਕੇ ਉਹਨਾਂ ਨੇ ਕੱਲੀ ਨੂੰ ਨਹੀਂ, ਜਿੰਨੀਆਂ ਛੱਪਰੀਆਂ ਬਣਾਈਆਂ ਹੋਈਆਂ ਸੀ ਸਾਰਿਆਂ ਨੂੰ ਹੀ ਅੱਗ ਦੇ ਦਿੱਤੀ ਹੈ। ਚਿਖਾ ਵਿੱਚ ਤੇ ਅਦਕ ਜਲਾਈ। ਔਰ ਫਿਰ ਜਿਹੜੀ ਮਹਾਰਾਜ ਦੀ, ਜਿੱਥੇ ਜਿਹੜੀ ਛੱਪਰੀ ਦੇ ਵਿੱਚ ਮਹਾਰਾਜ ਦੀ ਚਿਖਾ ਸੀ ਨਾ, ਉਸ ਨੂੰ ਇਹਨਾਂ ਨੇ ਕੁਛ ਜ਼ਿਆਦਾ ਹੀ ਅਗਨੀ ਭੇਟਾ ਕਰ ਦਿੱਤੀ ਕਿ ਜਿਹੜਾ ਸੰਸਕਾਰ ਹੈ ਨਾ ਉਹ ਚੰਗੀ ਤਰ੍ਹਾਂ ਹੋ ਜਾਏ। ਬਾਕੀਆਂ ਨੂੰ ਤਾਂ ਆਲੇ ਦੁਆਲੇ ਥੋੜ੍ਹੀ ਥੋੜ੍ਹੀ ਅੱਗ ਲਾ ਦਿੱਤੀ। ਔਰ ਫਿਰ ਪਹਿਲਾਂ ਉਸ ਚਿਖਾ ਵਾਲੀ ਛੱਪਰੀ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਘਿਓ ਵਗੈਰਾ ਪਾ ਕੇ ਅਗਨ ਭੇਟਾ ਕਰ ਦਿੱਤੀ ਹੈ। ਕਾਸ਼ਟ ਬਹੁਤ ਕਿਰਤ ਗਨ ਡਾਰਾ। ਕਿਰਤ ਕਹਿੰਦੇ ਨੇ ਘਿਓ ਨੂੰ ਸਾਧ ਸੰਗਤ। ਮਹਾਰਾਜ ਦਾ ਸੰਸਕਾਰ ਚੰਗੀ ਤਰ੍ਹਾਂ ਹੋਵੇ,
ਇਸ ਤਰ੍ਹਾਂ ਇਹਨਾਂ ਨੇ ਬਹੁਤ ਸਾਰਾ ਜਿਹੜਾ ਘਿਓ ਹੈ ਉਹ ਛੱਪਰੀ ਦੇ ਉੱਤੇ ਪਾ ਦਿੱਤਾ ਹੈ। ਲਗੀ ਹੁਤਾਸਨ ਲਾਟ ਉਦਾਰਾ। ਔਰ ਫਿਰ ਸਾਧ ਸੰਗਤ ਉੱਥੋਂ ਹੀ ਬਹੁਤ ਵੱਡੀ ਜਿਹੜੀ ਲਾਟ ਹੈ ਨਾ ਅਗਨ ਦੀ ਉਹ ਉੱਠ ਪਈ ਹੈ। ਅਰਧ ਜਲੀ ਤਵ ਰੋਰ ਮਚਾਇਓ। ਜਦੋਂ ਸਤਿਗੁਰੂ ਸਾਹਿਬ ਜੀ ਮਹਾਰਾਜ ਦਾ ਅੱਧਾ ਸੰਸਕਾਰ ਹੋ ਗਿਆ, ਜਦੋਂ ਚਿਖਾ ਅੱਧੀ ਜਲ ਗਈ, ਅੱਧੀ ਅਗਨ ਭੇਟਾ ਹੋ ਗਈ, ਤਾਂ ਫਿਰ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕਿਨਹੋ ਆਨ ਇਤ ਅਗਨ ਲਗਾਇਓ। ਵੀ ਕਿਸੇ ਨੂੰ ਪਤਾ ਨਾ ਲੱਗੇ ਇਸ ਗੱਲ ਦਾ ਕਿ ਅਸੀਂ ਮਹਾਰਾਜ ਦੇ ਧੜ ਦਾ ਸੰਸਕਾਰ ਕੀਤਾ ਹੈ। ਇਹਨਾਂ ਵਣਜਾਰੇ ਗੁਰਸਿੱਖਾਂ ਨੇ ਰੌਲਾ ਪਾਇਆ ਕਿ ਕਿਸੇ ਨੇ ਸਾਡੀਆਂ ਛੱਪਰੀਆਂ ਨੂੰ ਅੱਗ ਲਾ ਦਿੱਤੀ ਹੈ ਜੀ। ਇਤ ਉਤ ਫਿਰਤ ਬੁਝਾਵਤ ਮਾਨੋ ਇਹ ਐਸੀ ਕਿਰਿਆ ਕਰ ਰਹੇ ਨੇ ਕਿ ਸਾਰਿਆਂ ਨੂੰ ਲੱਗੇ ਵੀ ਅਸੀਂ ਅੱਗ ਬੁਝਾਉਂਦੇ ਫਿਰਦੇ ਹਾਂ। ਕਿਉਂਕਿ ਸਾਧ ਸੰਗਤ ਜੀ ਕੋਈ ਕੰਮ ਕਰਨਾ ਹੋਵੇ ਦੀ ਵਿਉਂਤ ਬਣਾਉਣੀ ਪੈਂਦੀ ਹੈ। ਵਿਉਂਤ ਤੋਂ ਬਿਨਾਂ ਤਾਂ ਕੋਈ ਕਾਰਜ ਹੁੰਦਾ ਹੀ ਨਹੀਂ ਹੈ। ਇਸ ਕਰਕੇ ਇਹ ਐਸੀ ਵਿਉਂਤ ਪਹਿਲਾਂ ਹੀ ਇਹਨਾਂ ਨੇ ਬਣਾ ਲਈ ਸੀ ਕਿ ਲੋਕਾਂ ਨੂੰ ਲੱਗੇ ਕਿ ਸਾਡੀਆਂ ਛੱਪਰੀਆਂ ਨੂੰ ਲਾ ਦਿੱਤੀ ਹੈ ਕਿਸੇ ਨੇ ਅੱਗ, ਔਰ ਹੁਣ ਅਸੀਂ ਇਹ ਅੱਗ ਬੁਝਾਉਂਦੇ ਫਿਰਦੇ ਹਾਂ। ਮਾਨੋ ਐਸੀ ਕਿਰਿਆ ਕਰਕੇ ਦੂਸਰਿਆਂ ਨੂੰ ਦਿਖਾ ਰਹੇ ਨੇ, ਇੱਧਰ ਉੱਧਰ ਭੱਜੇ ਫਿਰਦੇ ਨੇ ਕਿ ਸਾਡੀਆਂ ਛੱਪਰੀਆਂ ਨੂੰ ਅੱਗ ਲੱਗੀ ਹੋਈ ਹੈ, ਅਸੀਂ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਤ ਕੇ ਨੇਰੇ ਸਭਨੇ ਸੁਨੋ। ਹੁਣ ਸਾਧ ਸੰਗਤ ਕੋਈ ਦੂਰ ਦਾ ਸੀ, ਕੋਈ ਨੇੜੇ ਦਾ ਸੀ, ਸਾਰੇ ਭੱਜ ਕੇ ਆ ਗਏ। ਸਾਰਿਆਂ ਨੇ ਸੁਣਿਆ ਵੀ ਇਹ ਵਣਜਾਰੇ ਜਿਹੜੇ ਇਹਨਾਂ ਦੀਆਂ ਛੱਪਰੀਆਂ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ। ਦੌਰ ਦੌਰ ਕੇਤਕ ਚਲ ਆਏ। ਔਰ ਫਿਰ ਸਾਧ ਸੰਗਤ ਕਈ ਲੋਕੀ ਜਿਹੜੇ ਉਹ ਦੌੜ ਕੇ ਵੀ ਆ ਰਹੇ ਨੇ ਵੀ ਇਹਨਾਂ ਦੀ ਮਦਦ ਕਰ ਦਿੱਤੀ ਜਾਵੇ। ਹੁਣ ਛੱਪਰੀਆਂ ਨੂੰ ਵੀ ਲੱਗੀ ਸੀ ਅੱਗ, ਕਦੇ ਬੁਝਦੀ ਹੈ ਸਾਧ ਸੰਗਤ? ਇੱਕ ਤਾਂ ਸੁੱਕੇ ਕੱਖ ਕਾਨਿਆਂ ਦੀਆਂ ਹੁੰਦੀਆਂ ਨੇ, ਔਰ ਫਿਰ ਸੁੱਕੀ ਚੀਜ਼ ਨੂੰ ਕਦੇ ਅੱਗ ਲੱਗ ਜਾਏ ਫਿਰ ਉਹ ਕਦੇ ਬੁਝਿਆ ਨਹੀਂ ਕਰਦੀ ਹੈ। ਪਰ ਕਈ ਐਸੇ ਨੇ ਇਸ ਗੱਲ ਨੂੰ ਸੱਚ ਜਾਣ ਕੇ ਵੀ ਅੱਗ ਬੁਝਾਉਣੀ ਹੈ। ਅਸਲ ਦੇ ਵਿੱਚ ਇਹਨਾਂ ਨੇ ਤਾਂ ਮਹਾਰਾਜ ਦਾ ਸੰਸਕਾਰ ਕੀਤਾ ਸੀ ਨਾ, ਇਹ ਬੁਝਾਉਣਾ ਨਹੀਂ ਸੀ ਚਾਹੁੰਦੇ, ਪਰ ਕਿਰਿਆ ਉੱਪਰੋਂ ਐਸੀ ਕਰਦੇ ਨੇ। ਇਹਨਾਂ ਦੀ ਕਿਰਿਆ ਨੂੰ ਦੇਖ ਕੇ ਕਈ ਲੋਕ ਐਸੇ ਨੇ ਜਿਹੜੇ ਇਹਨਾਂ ਦੀ ਮਦਦ ਕਰਨ ਵਾਸਤੇ ਦੌੜ ਦੌੜ ਕੇ ਆ ਰਹੇ ਨੇ। ਬੁਝੇ ਨਹੀਂ ਕਰ ਅਦਕ ਜਲਾਏ। ਔਰ ਫਿਰ ਸਾਧ ਸੰਗਤ ਜੀ ਐਸੀ ਜਦੋਂ ਅੱਧੀ ਸੜ ਗਈ ਹੋਵੇ ਫਿਰ ਉਹਨੂੰ ਜਦੋਂ ਬੁਝਾਉਣ ਦੀ ਕੋਸ਼ਿਸ਼ ਕਰੀਏ ਫਿਰ ਉਹ ਬੁਝਿਆ ਨਹੀਂ ਕਰਦੀ ਹੈ। ਜਦੋਂ ਅੱਗ ਲਾਟਾਂ ਫੜ ਜਾਵੇ ਨਾ ਫਿਰ ਉਹ ਇਨਸਾਨ ਦੇ ਵੱਸ ਤੋਂ ਬਾਹਰ ਹੋ ਜਾਂਦੀ ਹੈ। ਇਸ ਤਰ੍ਹਾਂ ਸੂਰਮੇ ਹੋਏ, ਇੱਕ ਅੱਗ ਹੋਈ, ਤੀਸਰਾ ਪਾਣੀ ਹੋਇਆ। ਇਹਨਾਂ ਦੇ ਰਾਹ ਵਿੱਚ ਕੋਈ ਆਵੇ ਸਾਧ ਸੰਗਤ ਤੇ ਬਖਸ਼ਿਆ ਨਹੀਂ ਕਰਦੇ। ਇਸ ਤਰ੍ਹਾਂ ਅੱਗ ਜਦੋਂ ਬਹੁਤ ਜ਼ਿਆਦਾ ਲੱਗ ਗਈ ਹੈ, ਕੋਸ਼ਿਸ਼ ਤਾਂ ਸਾਧ ਸੰਗਤ ਦੂਸਰੇ ਲੋਕ ਕਰ ਰਹੇ ਨੇ ਆ ਕੇ, ਪਰ ਬੁਝਾਈ ਹੋਈ ਬੁਝਾਈ ਨਹੀਂ ਜਾਂਦੀ ਹੈ। ਈਂਧਨ ਕੋ ਸੰਚੇ ਬੋ ਕਰਿਓ। ਕਿਉਂਕਿ ਇਹਨਾਂ ਨੇ ਸਾਧ ਸੰਗਤ ਜੀ ਈਂਧਨ ਕਈਏ ਲੱਕੜਾਂ ਹੀ ਇੰਨੀਆਂ ਇਕੱਠੀਆਂ ਕੀਤੀਆਂ ਸੀ, ਅਗਨ ਭੇਟਾ ਕੀਤੀ ਸੀ ਵੀ ਉਹ ਜਿਹੜੀ ਅੱਗ ਬੁਝ ਨਾ ਸਕੇ, ਐਸੀ ਵਿਉਂਤ ਬਣਾਈ ਸੀ। ਇੰਨੀਆਂ ਲੱਕੜਾਂ ਇਕੱਠੀਆਂ ਕਰਕੇ ਅੱਗ ਲਾਈ ਸੀ ਕਿ ਉਹ ਹੁਣ ਬੁਝਾਇਆ ਤੋਂ ਵੀ ਬੁਝ ਨਹੀਂ ਸਕਦੀ ਹੈ। ਕਹਾ ਨਿਕਾਸੇ ਵਿੱਚ ਸੋ ਜਰਿਓ। ਔਰ ਫਿਰ ਸਾਧ ਸੰਗਤ ਜੀ ਕਿਸੇ ਨੂੰ ਕੀ ਪਤਾ ਕਿ ਮਹਾਰਾਜ ਦਾ ਵਿੱਚ ਵਿਚਾਲੇ ਇਹ ਛੱਪਰੀ ਦੇ ਵਿੱਚ ਸੰਸਕਾਰ ਹੋ ਰਿਹਾ ਹੈ। ਫਿਰ ਉੱਥੇ ਕਿਸੇ ਨੂੰ ਇਹ ਕੋਈ ਖਬਰ ਨਹੀਂ ਹੈ। ਪਰ ਹੁਣ ਉਹ ਕਿਸੇ ਨੂੰ ਕੀ ਪਤਾ ਵੀ ਕੀ ਖਬਰ ਹੈ। ਇਹ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਕਿਸੇ ਨੂੰ ਕੀ ਪਤਾ ਕਿ ਅੱਗ ਕਿਸ ਤਰ੍ਹਾਂ ਲਾਈ ਹੈ, ਕਿਸ ਤਰ੍ਹਾਂ ਲੱਗੀ ਹੈ, ਔਰ ਕੀ ਹੋ ਰਿਹਾ ਹੈ, ਔਰ ਕੀ ਇਹਦੇ ਵਿੱਚੋਂ ਸਮਾਨ ਕੱਢ ਸਕਦੇ ਹਾਂ। ਇਮ ਫਰੇਬ ਸਭਨ ਮੈਂ ਕਰਕੇ। ਔਰ ਫਿਰ ਸਾਧ ਸੰਗਤ ਮਾਨੋ ਐਸਾ ਫਰੇਬ ਕਰਕੇ, ਐਸੀ ਚਲਾਕੀ ਵਰਤ ਕੇ ਇਹਨਾਂ ਵਣਜਾਰੇ ਗੁਰਸਿੱਖਾਂ ਨੇ ਨਾ ਗੁਰੂ ਸਾਹਿਬ ਜੀ ਮਹਾਰਾਜ ਦੇ ਧੜ ਦਾ ਸੰਸਕਾਰ ਕਰ ਦਿੱਤਾ ਹੈ। ਸੰਸਕਾਰੇ ਸਤਿਗੁਰੂ ਸੁਦਰ ਕੈ। ਬੜੀ ਸੁਚੱਜੇ ਢੰਗ ਦੇ ਨਾਲ, ਬੜੀ ਸੋਚ ਦੇ ਨਾਲ ਨਾ ਇਹਨਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਧੜ ਦਾ ਇਸ ਤਰ੍ਹਾਂ ਸੰਸਕਾਰ ਕੀਤਾ ਹੈ ਜੀ। ਭਈ ਪਰਪਾਦ ਪਸ਼ਵ ਚੁਨ ਸੋ। ਔਰ ਫਿਰ ਸਾਧ ਸੰਗਤ ਜੀ ਜਦੋਂ ਛੱਪਰੀਆਂ ਨੂੰ ਪੂਰੀ ਤਰ੍ਹਾਂ ਅਗਨ ਭੇਟਾ ਛੱਪਰੀਆਂ ਹੋ ਗਈਆਂ, ਦੂਸਰਾ ਦਿਨ ਹੋ ਗਿਆ, ਫਿਰ ਸਵਖਤੇ ਹੀ ਸਾਧ ਸੰਗਤ ਜੀ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਸ ਛੱਪਰੀ ਦੇ ਵਿੱਚ ਮਹਾਰਾਜ ਦਾ ਇਹ ਜਗ੍ਹਾ 'ਤੇ ਸੰਸਕਾਰ ਹੋਇਆ, ਫਿਰ ਇਹਨਾਂ ਨੇ ਮਹਾਰਾਜ ਦੇ ਸਾਧ ਸੰਗਤ ਅੰਗੀਠੇ ਦੀ ਸੰਭਾਲ ਕੀਤੀ, ਜਿਨ੍ਹਾਂ ਨੂੰ ਆਪਾਂ ਸਿੱਧੇ ਪੇਂਡੂ ਲਫ਼ਜ਼ਾਂ ਵਿੱਚ ਕਹਿੰਦੇ ਆ ਵੀ ਫੁੱਲ ਚੁਗ ਲਏ। ਜੇ ਆਪਾਂ ਗੁਰਮੁਖੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਕਹਿੰਦੇ ਨੇ ਅੰਗੀਠੇ ਦੀ ਸੰਭਾਲ ਕਰਨੀ, ਪਰ ਜੇ ਆਪਾਂ ਪਿੰਡ ਦੀ ਬੋਲੀ ਦੇ ਹਿਸਾਬ ਨਾਲ ਕਹੀਏ ਤਾਂ ਕਹਿੰਦੇ ਨੇ ਫੁੱਲ ਚੁਗਣੇ। ਤਾਂ ਇਹਨਾਂ ਨੇ
ਮਹਾਰਾਜ ਦੇ ਅੰਗੀਠੇ ਦੀ ਸੰਭਾਲ ਕਰਕੇ ਫੁੱਲ ਚੁਗ ਲਏ ਹਨ ਦੂਸਰੀ ਸਵੇਰ। ਤਾਂਬਰ ਗਾਗਰੇ ਭਰ ਕਰ ਦੋ। ਫਿਰ ਸਾਧ ਸੰਗਤ 2 ਤਾਂਬੇ ਦੀਆਂ ਗਾਗਰਾਂ ਦੇ ਵਿੱਚ ਨਾ ਇਹਨਾਂ ਨੇ ਮਹਾਰਾਜ ਦੇ ਜਿਹੜੇ ਅਸਤ ਸੀ ਨਾ, ਅੰਗੀਠਾ ਸੀ, ਉਹਨਾਂ ਨੂੰ ਸੰਭਾਲਿਆ ਹੈ। ਨੀਵੋ ਖਨਿਓ ਸੋ ਖਾਤ ਵਿਸਾਲਾ। ਜਿਹੜੀ ਜਗ੍ਹਾ ਤੇ ਮਹਾਰਾਜ ਦਾ ਸੰਸਕਾਰ ਹੋਇਆ ਸੀ ਉਸੇ ਜਗ੍ਹਾ ਤੇ ਬੜੀ ਡੂੰਘੀ ਜਗ੍ਹਾ ਪੁੱਟ ਕੇ ਇਹਨਾਂ ਨੇ ਉਹ ਗਾਗਰਾਂ ਨੂੰ ਦਬਾ ਦਿੱਤਾ ਹੈ ਜੀ। ਚਿਖਾ ਥਾਨ ਗਾਡੀ ਤਤਕਾਲਾ। ਔਰ ਫਿਰ ਉਹ ਜਗ੍ਹਾ ਤੇ ਸਾਧ ਸੰਗਤ ਗੱਡ ਦਿੱਤਾ, ਮਾਨੋ ਦੱਬ ਦਿੱਤਾ ਹੈ। ਕਈ ਸਾਧ ਸੰਗਤ ਵਿਦਵਾਨਾਂ ਦਾ ਇਹ ਕਥਨ ਹੈ। ਇੱਥੇ ਤਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਹ ਗੱਲ ਉਚਾਰਨ ਕੀਤੀ ਹੈ, ਲਿਖਿਆ ਵੀ ਉਹਨਾਂ ਵਣਜਾਰੇ ਗੁਰਸਿੱਖਾਂ ਨੇ ਉੱਥੇ ਹੀ ਮਹਾਰਾਜ ਦੇ ਜਿਹੜੇ ਅਸਤ ਸੀ, ਜਿਹੜੇ ਮਹਾਰਾਜ ਦੇ ਫੁੱਲ ਸੀ, ਉਹਨਾਂ ਨੂੰ ਸੰਸਕਾਰ ਵਾਲੀ ਜਗ੍ਹਾ 'ਤੇ ਹੀ ਦੱਬ ਦਿੱਤਾ। ਪਰ ਕਈਆਂ ਦਾ ਇਹ ਖਿਆਲ ਹੈ ਕਿ ਉਹ ਅਸਥ ਬਾਅਦ ਵਿੱਚ ਉਹ ਵਣਜਾਰੇ ਗੁਰਸਿੱਖ ਨਾ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਸੀ 10ਵੇਂ ਪਾਤਸ਼ਾਹ ਮਹਾਰਾਜ ਦੇ ਕੋਲ। ਚਲੋ ਵੈਸੇ ਜਿਹੋ ਜਿਹਾ ਕਿਸੇ ਦਾ ਖਿਆਲ ਸੀ, ਜਿਹੋ ਜਿਹੀ ਕਿਸੇ ਦੀ ਸ਼ਰਧਾ ਹੋਵੇ ਸਾਧ ਸੰਗਤ, ਉਸ ਹਿਸਾਬ ਨਾਲ ਇਤਿਹਾਸ ਦੀ ਖੋਜ ਕਰਕੇ ਗੱਲਾਂ ਪਤਾ ਲੱਗਦੀਆਂ ਨੇ। ਸੋ ਇੱਥੇ ਜਿਹੜੀ ਵਿਚਾਰ ਹੈ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਉਹਨਾਂ ਗੁਰਸਿੱਖਾਂ ਨੇ ਉੱਥੇ ਹੀ ਸੰਸਕਾਰ ਵਾਲੀ ਜਗ੍ਹਾ ਤੇ ਬੜਾ ਡੂੰਘਾ ਟੋਆ ਪੁੱਟ ਕੇ ਮਹਾਰਾਜ ਦੇ ਅਸਥਾਨ ਨੂੰ ਦਬਾ ਦਿੱਤਾ ਹੈ ਜੀ। ਕੋਈ ਨਾ ਜਾਣ ਸਕਿਓ ਮਤ ਹੀਨੇ। ਔਰ ਫਿਰ ਇਹ ਮਤ ਤੋਂ ਹੀਣੇ ਜਿਹੜੇ ਮੂਰਖ ਸੀ ਨਾ ਮੁਗਲ, ਇਹਨਾਂ ਨੂੰ ਇਹ ਗੱਲ ਦਾ ਬਿਲਕੁਲ ਪਤਾ ਨਹੀਂ ਲੱਗਿਆ ਕਿ ਕੱਲ੍ਹ ਕੀ ਹੋਇਆ, ਕਿਸ ਤਰ੍ਹਾਂ ਅੱਗ ਲੱਗੀ, ਕਿਸ ਤਰ੍ਹਾਂ ਇਹਨਾਂ ਨੇ ਮਹਾਰਾਜ ਦਾ ਧੜ ਦਾ ਸੰਸਕਾਰ ਕੀਤਾ। ਮਾਨੋ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਇਹ ਮੂਰਖ ਬੰਦੇ ਕਿਸੇ ਵੀ ਗੱਲ ਨੂੰ ਜਾਣ ਨਹੀਂ ਸਕੇ। ਇਮ ਸਤਿਗੁਰ ਸੰਸਕਾਰਨ ਕੀਨੇ। ਵੀ ਇਸ ਤਰ੍ਹਾਂ ਵਣਜਾਰਿਆਂ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਧੜ ਦਾ ਸੰਸਕਾਰ ਵੀ ਕਰ ਦਿੱਤਾ ਔਰ ਉਹਨਾਂ ਦੇ ਅੰਗੀਠੇ ਨੂੰ ਸੰਭਾਲ ਕੇ ਦੱਬ ਵੀ ਦਿੱਤਾ ਹੈ। ਕਿਸੇ ਨੂੰ ਕੁਝ ਵੀ ਗੱਲ ਦਾ ਪਤਾ ਨਾ ਲੱਗਿਆ। ਕਨੋ ਤੇ ਹਾਵਲ ਤਬ ਕਰਵਾਇਓ। ਫਿਰ ਸਾਧ ਸੰਗਤ ਜਿਹੋ ਜੀ ਮਰਿਆਦਾ ਹੈ। ਫਿਰ ਇਹਨਾਂ ਨੇ ਬਾਅਦ ਵਿੱਚ ਨਾ ਗੁਰੂ ਸਾਹਿਬ ਜੀ ਮਹਾਰਾਜ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਔਰ ਕੜਾਹ ਪ੍ਰਸ਼ਾਦ ਦੀ ਕਾਫੀ ਸਾਰੀ ਦੇਗ ਵੱਡੀ ਮਾਤਰਾ ਵਿੱਚ ਤਿਆਰ ਕਰਵਾ ਕੇ ਵਰਤਾ ਦਿੱਤੀ ਹੈ। ਸਿੱਖ ਸੰਗਤ ਸਭ ਮੇਲ ਬਣਾਇਓ। ਔਰ ਫਿਰ ਸਾਰੀ ਸੰਗਤ ਨੇ, ਸਾਧ ਸੰਗਤ, ਕਿਉਂਕਿ ਜਿਹੜੇ ਸ਼ਰਧਾਵਾਨ ਸੀ ਨਾ, ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇੱਥੇ ਮਹਾਰਾਜ ਦਾ ਸੰਸਕਾਰ, ਕਿਉਂਕਿ ਵਣਜਾਰੇ ਗੁਰਸਿੱਖ ਜ਼ਿਆਦਾ ਸਨ, ਜ਼ਿਆਦਾਤਰ ਗਿਣਤੀ ਵਣਜਾਰਿਆਂ ਦੀ ਸੀ। ਇਹ ਵਣਜਾਰੇ ਗੁਰਸਿੱਖ ਔਰ ਕੁਝ ਕੁ ਹੋਰ ਜਿਹੜੇ ਸੀ ਸ਼ਰਧਾਵਾਨ, ਸਾਰੀ ਸੰਗਤ ਨੇ ਮਿਲ ਕੇ ਮਹਾਰਾਜ ਦੇ ਸ਼ੋਕ ਦੇ ਵਿੱਚ ਹਾਜ਼ਰੀ ਭਰੀ ਹੈ। ਸ਼ਬਦ ਰਬਾਬੀ ਮਿਲਤੇ ਗਾਇਓ। ਫਿਰ ਉੱਥੇ ਸਾਧ ਸੰਗਤ ਜੀ ਰਬਾਬੀ ਜਨ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਕੀਰਤਨ ਕਰਿਆ ਕਰਦੇ ਸੀ ਰਬਾਬ ਦੇ ਨਾਲ। ਰਬਾਬੀ ਉਹ ਹੁੰਦਾ ਜਿਹੜਾ ਰਬਾਬ ਵਜਾਉਂਦਾ ਹੋਵੇ, ਜਿਹੜਾ ਚਮੜੇ ਦੇ ਸਾਜ਼ ਵਜਾਉਂਦਾ ਹੋਵੇ, ਉਹਨੂੰ ਗੰਧਰਵ ਕਹਿੰਦੇ ਹਨ ਸਾਧ ਸੰਗਤ ਜੀ। ਜਿਹੜੇ ਰਾਗ ਵਿਦਿਆ ਪੜ੍ਹਦੇ ਹੁਣ ਉਹਨਾਂ ਨੂੰ ਰਾਗੀ ਕਿਹਾ ਜਾਂਦਾ ਹੈ। ਜਿਹੜੇ ਸਾਧ ਸੰਗਤ ਜੀ ਗੀਤਾਂ ਨੂੰ ਗਾਇਨ ਕਰਦੇ ਹੋਣ, ਜਿਸ ਤਰ੍ਹਾਂ ਇੰਦਰ ਦੇਵਤੇ ਦੀ ਸਭਾ ਦੇ ਵਿੱਚ ਗਾਇਨ ਕਰਨ ਵਾਲੇ ਸਾਧ ਸੰਗਤ, ਉਹਨਾਂ ਨੂੰ ਅਪੱਛਰਾ ਕਿਹਾ ਜਾਂਦਾ ਹੈ। ਜਿਹੜੇ ਨਾਚ ਕਰਨ ਵਾਲੀਆਂ ਉਹ ਅਪੱਛਰਾ ਹੁੰਦੀਆਂ ਨੇ। ਗੀਤਾਂ ਨੂੰ ਗਾਇਨ ਕਰਨ ਵਾਲੇ ਸਾਧ ਸੰਗਤ ਉਹ ਗੀਤਕਾਰ ਕਹੇ ਜਾਂਦੇ। ਇਸ ਤਰ੍ਹਾਂ ਜਿਹੋ ਜਿਹਾ ਕੋਈ ਕੰਮ ਕਰਦਾ ਨਾ ਉਹਦੇ ਵੈਸੇ ਨਾਮ ਹੁੰਦੇ ਹਨ। ਰਬਾਬ ਨਾਲ ਕੀਰਤਨ ਕਰਨ ਵਾਲੇ ਰਬਾਬੀ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਭਾਈ ਮਰਦਾਨਾ ਜੀ ਰਬਾਬੀ ਹੋਏ ਨੇ, ਇਸ ਤਰ੍ਹਾਂ ਉਹ ਸਮੇਂ ਦੇ ਵਿੱਚ ਰਬਾਬੀ ਹਾਜ਼ਰ ਸੀ। ਤਾਂ ਉਹਨਾਂ ਰਬਾਬੀਆਂ ਨੇ ਮਹਾਰਾਜ ਦੇ ਵਿਜੋਗ ਦੇ ਵਿੱਚ ਬਾਣੀ ਨੂੰ ਗਾ ਕੇ ਕੀਰਤਨ ਕੀਤਾ ਹੈ ਜੀ। ਕਰ ਅਰਦਾਸ ਸਵਨ ਵਰਤਾਇਓ। ਔਰ ਫਿਰ ਸਾਧ ਸੰਗਤ ਜੀ ਲੰਗਰ ਪ੍ਰਸ਼ਾਦ ਤਿਆਰ ਕੀਤਾ, ਕੜਾਹ ਪ੍ਰਸ਼ਾਦ ਵੀ ਸਾਰਿਆਂ ਨੂੰ ਵਰਤਾ ਦਿੱਤਾ ਹੈ। ਜੋੜ ਮੇਲ ਇਮ ਕਰ ਸਭ ਰੀਤ। ਸਾਰੀਆਂ ਰੀਤਾਂ ਦੇ ਨਾਲ ਇਹਨਾਂ ਨੇ ਜੋੜ ਮੇਲਾ ਮਹਾਰਾਜ ਦੇ ਵਿਜੋਗ ਦੇ ਵਿੱਚ, ਮਹਾਰਾਜ ਦੇ ਸੋਗ ਦੇ ਵਿੱਚ ਨਾ, ਮਹਾਰਾਜ ਦੇ ਪਿਆਰ ਦੇ ਵਿੱਚ ਜੋੜ ਮੇਲਾ ਕੀਤਾ ਹੈ। ਸ਼ਰਧਾ ਧਰਤ ਅਦਕ ਮਨ ਪ੍ਰੀਤ। ਮਨ ਦੇ ਵਿੱਚ ਬਹੁਤੀ ਸ਼ਰਧਾ ਧਾਰਨ ਕਰਕੇ ਇਹਨਾਂ ਨੇ ਮਹਾਰਾਜ ਦੇ ਪ੍ਰਤੀ ਸਾਰਾ ਕੁਝ ਇਹ ਸਮਾਗਮ ਕੀਤਾ ਹੈ। ਚਿਕ ਸਥਾਨ ਪਰ ਛਾਨ ਛਵਾਈ। ਔਰ ਫਿਰ ਸਾਧ ਸੰਗਤ ਜੀ ਉਸ ਅਸਥਾਨ ਤੇ ਨਾ, ਜਿੱਥੇ ਮਹਾਰਾਜ ਦਾ ਸੰਸਕਾਰ ਕੀਤਾ ਸੀ, ਉਸੇ ਅਸਥਾਨ ਤੇ ਇਹਨਾਂ ਨੇ ਇੱਕ ਨਵੀਂ ਛੱਪਰੀ ਬਣਾਈ। ਬਾਅਦ ਵਿੱਚ ਉਹ ਨਵੀਂ ਛੱਪਰੀ ਤਿਆਰ ਕਰ ਦਿੱਤੀ ਹੈ ਜੀ। ਦੀਪ ਜਲਾਵਤ ਰਹੇ ਸਦਾਈ। ਔਰ ਫਿਰ ਮਹਾਰਾਜ ਦੇ ਪ੍ਰੇਮ ਦੇ ਵਿੱਚ ਨਾ, ਜਿੰਨਾ ਸਮਾਂ ਇਹ ਵਣਜਾਰੇ ਗੁਰਸਿੱਖ ਹਾਜ਼ਰ ਰਹੇ, ਜਿੰਨਾ ਸਮਾਂ ਸਾਧ ਸੰਗਤ ਇਹ ਮੌਜੂਦ ਰਹੇ ਨਾ, ਇਹਨਾਂ ਦੀ ਪੀੜ੍ਹੀਆਂ ਦਰ ਪੀੜ੍ਹੀਆਂ ਉੱਥੇ
ਮਹਾਰਾਜ ਦੇ ਸਥਾਨ ਤੇ ਦੀਵਾ ਜਗਾਉਂਦੇ ਰਹੇ ਉਸ ਛੱਪਰੀ ਦੇ ਵਿੱਚ ਸ਼ਰਧਾ ਪ੍ਰੇਮ ਦੇ ਨਾਲ ਮਹਾਰਾਜ ਨੂੰ ਯਾਦ ਕਰਦੇ ਹੋਏ ਰੋਜ਼ ਉੱਥੇ ਪੂਜਾ ਕਰਦੇ ਰਹੇ ਸਨ। ਹਰ ਮੰਦਰ ਜਿਮ ਪੁਨੇ ਉਸਾਰਿਓ। ਫਿਰ ਉਸ ਤੋਂ ਬਾਅਦ ਸਾਧ ਸੰਗਤ ਜੀ ਜਿਸ ਤਰ੍ਹਾਂ ਹਰੀ ਮੰਦਰ ਗੁਰੂ ਸਾਹਿਬ ਜੀ ਮਹਾਰਾਜ ਦੇ ਸਥਾਨ ਹੈ ਰਕਾਬਗੰਜ ਸਾਹਿਬ, ਫਿਰ ਉਹ ਜਿਸ ਤਰ੍ਹਾਂ ਉਹਦੀ ਉਸਾਰੀ ਹੋਈ ਜੀ। ਸੋ ਪ੍ਰਸੰਗ ਅਬ ਨਹੀਂ ਉਚਾਰਿਓ। ਭਾਈ ਸਾਹਿਬ ਜੀ ਕਹਿੰਦੇ ਵੀ ਉਹ ਪ੍ਰਸੰਗ ਅਸੀਂ ਇੱਥੇ ਨਹੀਂ ਉਚਾਰਨ ਕਰਦੇ, ਕਿ ਉਹ ਜਦੋਂ ਫਿਰ ਸਮਾਂ ਆਵੇਗਾ ਨਾ ਅੱਗੇ ਕਥਾ ਦੇ ਵਿੱਚ, ਫਿਰ ਉਦੋਂ ਅਸੀਂ ਤੁਹਾਨੂੰ ਬੜੇ ਪ੍ਰੇਮ ਨਾਲ ਉਹ ਪ੍ਰਸੰਗ ਸੁਣਾਵਾਂਗੇ। ਕਥਾ ਵਿਖੇ ਅਵਸਰ ਜੇ ਪਾਉ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਫਿਰ ਜਦੋਂ ਮੈਨੂੰ ਅਵਸਰ ਮਿਲੇਗਾ ਨਾ ਕਥਾ ਦੇ ਵਿੱਚ, ਉਹ ਮਹਾਰਾਜ ਦੇ ਸਥਾਨ ਕਿਸ ਤਰ੍ਹਾਂ ਬਣੇ, ਰਕਾਬਗੰਜ ਸਾਹਿਬ ਕਿਹਨੇ ਬਣਾਇਆ, ਤਾਂ ਕਦੋਂ ਉਹਦੀ ਸੇਵਾ ਹੋਈ, ਕਿਹੜੇ ਕਿਹੜੇ ਗੁਰਸਿੱਖ ਸੀ, ਕਿਹਨਾਂ ਨੇ ਖੋਜ ਕੀਤੀ, ਫਿਰ ਕਿਵੇਂ ਉਹਨਾਂ ਨੂੰ ਪਤਾ ਲੱਗਿਆ, ਕਿਸ ਤਰ੍ਹਾਂ ਉਸਾਰੀ ਸ਼ੁਰੂ ਹੋਈ, ਕਹਿੰਦੇ ਉਹ ਜਿਹੜਾ ਪ੍ਰਸੰਗ ਹੈ ਨਾ ਉਹ ਅਸੀਂ ਅੱਗੇ ਜਦੋਂ ਅਵਸਰ ਮੈਨੂੰ ਮਿਲੇਗਾ ਕਥਾ ਦੇ ਵਿੱਚ, ਫਿਰ ਮੈਂ ਉਦੋਂ ਉਹ ਤੁਹਾਨੂੰ ਕਥਾ ਦੱਸਾਂਗਾ। ਸੋ ਸਭ ਨੀਕੀ ਰੀਤ ਸੁਣਾਉ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਨੀਕੀ ਰੀਤ ਬੜੇ ਚੰਗੇ ਤਰੀਕੇ ਦੇ ਨਾਲ ਫਿਰ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਕਰਾਂਗਾ ਜੀ। ਗੁਰ ਸਿੱਖਨ ਕੋ ਅਦਕ ਰਿਝਾਉ। ਫਿਰ ਕਹਿੰਦੇ ਵੀ ਉਹ ਜਿਹੜਾ ਪ੍ਰਸੰਗ ਆ ਨਾ ਉਹਨੂੰ ਸੁਣਾ ਕੇ ਫਿਰ ਮੈਂ ਗੁਰਸਿੱਖਾਂ ਨੂੰ ਰਿਝਾ ਲਵਾਂਗਾ। ਮਹਾਰਾਜ ਦਾ ਜਿਹੜਾ ਪ੍ਰਸੰਗ ਆ ਨਾ, ਕਿਉਂਕਿ ਸਾਧ ਸੰਗਤ ਜੀ ਇਤਿਹਾਸ ਤਾਂ ਸਾਰਾ ਹੀ ਚੰਗਾ ਹੈ, ਜਿਹੜਾ ਮਹਾਰਾਜ ਦਾ ਇਤਿਹਾਸ ਹੈ ਜਿਨ੍ਹਾਂ ਨੂੰ ਸੁਣ ਕੇ ਗੁਰਸਿੱਖ ਦੇ ਮਨ ਦੇ ਵਿੱਚ ਸ਼ਰਧਾ ਪੈਦਾ ਹੋਵੇ, ਗੁਰਸਿੱਖ ਦੇ ਮਨ ਦੇ ਵਿੱਚ ਪ੍ਰੇਮ ਪੈਦਾ ਹੋਵੇ, ਸਾਖੀਆਂ ਸੁਣ ਕੇ, ਜਿਨ੍ਹਾਂ ਨੂੰ ਸੁਣ ਕੇ ਸਾਧ ਸੰਗਤ ਜੀ ਵੱਡੇ ਵੱਡੇ ਪਾਪੀਆਂ ਦੇ ਜੀਵਨ ਵੀ ਬਦਲ ਜਾਂਦੇ ਨੇ ਨਾ, ਐਸਾ ਇਤਿਹਾਸ। ਤੇ ਭਾਈ ਸਾਹਿਬ ਜੀ ਉਹ ਕਹਿੰਦੇ ਨੇ ਵੀ ਮੈਂ ਐਸੇ ਤਰੀਕੇ ਨਾਲ ਉਹ ਇਤਿਹਾਸ ਵਰਣਨ ਕਰੂੰਗਾ ਬਈ ਜਿਹੜੇ ਸੁਣਨਗੇ ਵੀ ਉਹਨਾਂ ਨੂੰ ਮੈਂ ਰਿਝਾ ਲੈਣਾ ਹੈ, ਵੀ ਉਹਨਾਂ ਦੀ ਦਿਲ ਦੀ ਅੰਦਰ ਦੀ ਹਿਰਦੇ ਦੀ ਮੈਂ ਖੁਸ਼ੀ ਪ੍ਰਾਪਤ ਕਰ ਲੈਣੀ ਹੈ, ਵੀ ਐਸੇ ਤਰੀਕੇ ਨਾਲ ਮੈਂ ਉਹ ਮਹਾਰਾਜ ਦੇ ਸਥਾਨ ਦਾ ਪ੍ਰਸੰਗ ਤੁਹਾਨੂੰ ਸੁਣਾਵਾਂਗਾ। ਜਿਸ ਤੇ ਗੁਰ ਮਿਲਵੇ ਬਰ ਪਾਉ। ਔਰ ਫਿਰ ਸਾਧ ਸੰਗਤ ਜੀ ਭਾਈ ਸਾਹਿਬ ਜੀ ਵੀ ਲੋਚਦੇ ਨੇ, ਕਿਉਂਕਿ ਹਰ ਗੁਰਸਿੱਖ ਦੇ ਮਨ ਵਿੱਚ ਹੈ ਆਸਾ ਕਿ ਮਹਾਰਾਜ ਜੀ ਮੇਰਾ ਭਲਾ ਹੋਵੇ। ਕਵੀ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੰਗਤ ਤੋਂ ਇਹ ਮੰਗ ਕਰਦੇ ਨੇ ਕਿ ਮੈਂ ਤੁਹਾਨੂੰ ਸੁਣਾਵਾਂਗਾ ਮਹਾਰਾਜ ਦੇ ਸਥਾਨ ਦਾ ਪ੍ਰਸੰਗ। ਜਦੋਂ ਮੈਂ ਪ੍ਰਸੰਗ ਸੁਣਾਉਂਗਾ, ਜਿਸ ਤਰ੍ਹਾਂ ਹੁਣ ਵੀ ਆਪਾਂ ਕਥਾ ਸੁਣਦੇ ਆ ਨਾ, ਜਿਹੜੀ ਇਹ ਪੋਥੀ ਹੈ ਸਾਧ ਸੰਗਤ ਜੀ ਇਹ ਮੂਲ ਪਾਠ ਹੈ, ਇਹਨੂੰ ਆਪਾਂ ਮੂਲ ਪਾਠ ਕਹਿੰਦੇ ਆ। ਜਦੋਂ ਫਿਰ ਬਾਬਾ ਜੀ ਕਥਾ ਕਰਦੇ ਨੇ ਜਾਂ ਆਪਾਂ ਮਹਾਂਪੁਰਖਾਂ ਦੇ ਕੋਲੋਂ ਗੁਰੂ ਪੀਰਾਂ ਦੀਆਂ ਸਾਖੀਆਂ ਸੁਣਦੇ ਆ, ਇਹਨੂੰ ਕਹਿੰਦੇ ਨੇ ਵਿਆਖਿਆ। ਫਿਰ ਵਿਆਖਿਆ ਜਦੋਂ ਕਰਕੇ ਸੁਣਾਈ ਜਾਂਦੀ ਹੈ, ਫਿਰ ਭਾਈ ਸਾਹਿਬ ਜੀ ਇਹ ਕਹਿੰਦੇ ਨੇ ਵੀ ਮੈਂ ਐਸੀ ਵਿਆਖਿਆ ਕਰਕੇ ਤੁਹਾਨੂੰ ਸੁਣਾਉਂਗਾ, ਐਸੇ ਪ੍ਰਸੰਗ ਮੈਂ ਉਚਾਰਨ ਕਰੂੰਗਾ ਮਹਾਰਾਜ ਦੇ ਰਕਾਬਗੰਜ ਸਾਹਿਬ ਸਥਾਨ ਦੇ, ਵੀ ਜਿਸ ਤਰ੍ਹਾਂ ਮਹਾਰਾਜ ਦੀ ਯਾਦ ਵਿੱਚ ਸਥਾਨ ਬਣਿਆ ਨਾ, ਵੀ ਉਹ ਜਿਹੜਾ ਪ੍ਰਸੰਗ ਹੈ। ਕਹਿੰਦੇ ਵੀ ਫਿਰ ਮੈਨੂੰ ਫਲ ਕੀ ਮਿਲੂਗਾ। ਮਹਾਰਾਜ ਚਰਨਾਂ ਵਿੱਚ ਇਹ ਬੇਨਤੀ ਕਰਦੇ ਨੇ, ਦੁਬਾਰਾ ਪੜ੍ਹੋ ਜੀ। ਜਿਸ ਤੇ ਗੁਰ ਮਿਲਵੇ ਬਰ ਪਾਉ। ਕਹਿੰਦੇ ਵੀ ਮੈਂ ਜਿਸ ਤੇ ਗੁਰ ਮਿਲਵੇ ਬਰ ਪਾਉ, ਵੀ ਗੁਰਸਿੱਖਾਂ ਨੂੰ ਇੰਨਾ ਪ੍ਰਸੰਨ ਕਰ ਲੈਣਾ ਮੈਂ ਪ੍ਰਸੰਗ ਸੁਣਾ ਕੇ, ਵੀ ਗੁਰਸਿੱਖ ਮੈਨੂੰ ਅਸੀਸਾਂ ਦੇਣ ਵੀ ਭਾਈ ਸੰਤੋਖ ਸਿੰਘ ਜੀ ਤੁਸੀਂ ਗੁਰੂ ਨੂੰ ਮਿਲ ਜਾਓ, ਕਿ ਉਹਨਾਂ ਦੀਆਂ ਅਸੀਸਾਂ ਮੈਨੂੰ ਮਿਲਣ, ਕਿ ਮੇਰਾ ਵੀ ਗੁਰੂ ਦੇ ਨਾਲ ਮੇਲ ਹੋਵੇ। ਜਿਵੇਂ ਆਪਾਂ ਕਹਿੰਦੇ ਆ ਨਾ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ, ਕਿ ਐ ਸੱਜਣ ਐ ਮੇਰੇ ਮਿੱਤਰਾ ਮੈਨੂੰ ਅਸੀਸਾਂ ਦੇ, ਕਿ ਮੈਂ ਤੈਨੂੰ ਗੁਰੂ ਦਾ ਪ੍ਰਸੰਗ ਸੁਣਾਇਆ ਔਰ ਤੂੰ ਮੈਨੂੰ ਅਸੀਸ ਦੇ ਵੀ ਮੇਰਾ ਗੁਰੂ ਦੇ ਨਾਲ ਮਿਲਾਪ ਹੋਵੇ। ਐਸੀ ਆਸਾ ਭਾਈ ਸੰਤੋਖ ਸਿੰਘ ਜੀ ਦੇ ਮਨ ਵਿੱਚ ਹੈ ਕਿ ਮੇਰਾ ਵੀ ਗੁਰੂ ਦੇ ਨਾਲ ਮਿਲਾਪ ਹੋਵੇ। ਮੈਂ ਇਸ ਤਰ੍ਹਾਂ ਪ੍ਰਸੰਗ ਸੁਣਾ ਕੇ ਗੁਰਸਿੱਖਾਂ ਨੂੰ ਖੁਸ਼ ਕਰ ਲੈਣਾ, ਔਰ ਫਿਰ ਮੈਨੂੰ ਉਹਨਾਂ ਤੋਂ ਅਸੀਸਾਂ ਮਿਲਣਗੀਆਂ, ਔਰ ਫਿਰ ਮੇਰਾ ਮਿਲਾਪ ਮੇਰੇ ਗੁਰੂ ਦੇ ਨਾਲ ਹੋ ਜਾਵੇਗਾ। ਦੋਹਰਾ ਠੋਰ ਠੋਰ ਰੋਰਾ ਪਰਿਓ ਪ੍ਰਥਮ ਅਸੀਸ ਨਹਿ ਪਾਏ। ਔਰ ਸਾਧ ਸੰਗਤ ਜੀ ਫਿਰ ਥਾਂ ਥਾਂ ਤੇ ਐਸਾ ਰੌਲਾ ਪੈ ਗਿਆ ਕਿ ਪਹਿਲਾਂ ਤਾਂ ਮਹਾਰਾਜ ਦਾ ਜਿਹੜਾ ਸੀਸ ਸੀ ਉਹ ਨਹੀਂ ਮਿਲਿਆ, ਤੇ ਹੁਣ ਮਹਾਰਾਜ ਦਾ ਧੜ ਜਿਹੜਾ ਅੱਗੇ ਪ੍ਰਸੰਗ ਹੈ ਨਾ, ਜਿਸ ਤਰ੍ਹਾਂ ਇਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਨੇ ਬਾਦਸ਼ਾਹ ਨੇ, ਜਾਂ ਹੋਰ ਅੱਗੇ ਪ੍ਰਸੰਗ ਚੱਲਣਾ ਹੈ, ਉਸ ਪ੍ਰਸੰਗ ਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਹੋਵੇਗੀ। ਇਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸਰੀਰ ਦੇ ਨਾ ਹੁੰਦਿਆਂ ਹੋਇਆਂ ਵੀ ਆਤਮਿਕ ਰੂਪ ਹੋ ਕੇ ਆਪਣੇ ਗੁਰਸਿੱਖਾਂ ਨੂੰ ਤਾਰ ਰਹੇ ਨੇ। ਆਓ ਸਾਧ ਸੰਗਤ ਜੀ ਕੱਲ੍ਹ ਦਾ ਜਿਹੜਾ ਪ੍ਰਸੰਗ ਹੈ
ਉਹ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਮਹਾਰਾਜ ਇਸ ਤਰ੍ਹਾਂ ਕਿਰਪਾ ਕਰਕੇ ਵਣਜਾਰੇ ਗੁਰਸਿੱਖਾਂ 'ਤੇ ਕਿਰਪਾ ਕੀਤੀ ਹੈ ਔਰ ਆਪਣੇ ਵਰਗੇ ਗੁਰਸਿੱਖਾਂ ਨੂੰ ਵੀ ਮਹਾਰਾਜ ਜੀ ਹੁਣ ਤੱਕ ਤਾਰ ਰਹੇ ਨੇ ਜੀ। ਦੋਹਰਾ ਠੋਰ ਠੋਰ ਰੋਰਾ ਪਰਿਓ ਪ੍ਰਥਮ ਸੀਸ ਨੈ ਪਾਏ। ਲੋ ਪਇਓ ਗੁਰ ਧਰ ਅਵੇ ਦੇਖ ਰਹੇ ਬੋ ਥਾਏ। ਠੋਰ ਠੋਰ ਰੋਰਾ ਪਰਿਓ ਪ੍ਰਥਮ ਸੀਸ ਨੈ ਪਾਏ। ਲੋ ਪਇਓ ਗੁਰ ਧਰ ਅਵੇ ਦੇਖ ਰਹੇ ਬੋ ਥਾਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ